बोले सोने हाल सास भी अकाल। जिन्ना सास गिरास न विसरै, हर नामा मन मंत। धन से सेई नानका, पूरन सोई संत। कबीर सेवा को दोए भले, एक संत एक राम। राम जो दाता मुक्त को, संत जपावै नाम। राम जो दाता मुक्त को, संत जपावै नाम। दसां पातशाहियां दी जोत, तख्त चौर छत्र दे मालक धन श्री गुरु ग्रंथ साहिब जी महाराज, सतगुरां दी पावन पवित्र हजूरी अंदर सजे होए सुंदर दीवान दी हाजरी भर रही गुरु की साजी नवाजी हुई साध संगत जी, आपां सारे ही गुरु चरनां दे विच हाजरी भरदियां होइयां महान ब्रह्म ਗਿਆਨੀ महापुरख सेवा ਅਤੇ ਸਿਮਰਨ ਦੇ ਸਰੂਪ ਸ੍ਰੀਮਾਨ संत बाबा तारा सिंह साहब जी सिरहाली वाले महापुरखों की बरसी के संबंध दे विच गुरु चरनां विच हाजरी भर रहे हाँ। जिन्हां महापुरखों ने संसार दे विच आ करके जिथे आप जपिया, होरनां नूं जपाया, आप सेवा कीती ते होर संसार दे जीवां नूं सेवा दे नाल जोड़िया। महापुरखों की बरसी ते हर साल ये गुरमत समागम हुंदे हन। गुरु कीआं संगतां हाजरी भरदियां। गुरु की फतेह बुलाइए प्रेम सहित आखो जी वाहिगुरु जी का खालसा, वाहिगुरु जी की फतेह। सो गुरमुख प्यारे भाई साहब भाई दलजीत सिंह जी नारंगवाल वाले, जिन्हां ने महापुरखों का जीवन लिखिया है, उहदे विचों साध संगत जी जो बचन पढ़े कुछ बेनतियां दास आप जी दे नाल सांझियां करेगा कि महापुरख संत बाबा तारा सिंह साहिब जी, जिन्हां दा आगमन सिरहाली नगर दे विच 1927 ईस्वी सन नूं सत्कारयोग पिता बाबा मन्ना सिंह जी, सत्कारयोग माता मंगल कौर जी, तिन्हां दे गृह विखे महापुरखों का आगमन हुंदा है। और उस पुस्तक दे विच लिखिया होया है गुरमुख प्यारियां ने कि श्रीमान संत बाबा तारा सिंह साहब जी दे सत्कारयोग दादा जी सरदार सुंदर सिंह जी, जिन्हां ने महापुरख बाबा राम सिंह जी की संगत करके सिरहाली वाले गुरमुख प्यारियां दी ते श्री गुरु ग्रंथ साहिब महाराज जी की संपूर्ण संथ्या कीती सी ते श्री दसम महाराज जी की बाणी की भी संपूर्ण संथ्या कीती सी। और गुरु का इतिहास भी पढ़िया सी। संत बाबा तारा सिंह साहब जी महापुरखों दे सत्कारयोग दादा जी ने बाबा सुंदर सिंह जी ने। और महापुरखों ने बचपन तो ही ऐसा सुभाव कि घट बोलना, हर वेले सिमरन दे विच रहना ते होर हानियां नूं भी सिमरन करन वास्ते प्रेरना। जदों शरीर कारबला 30 सालां दी होई, ਪਹਿਲਾਂ ਪਿਤਾ ਜੀ ਦੇ ਨਾਲ ਘਰ ਦੇ ਵਿੱਚ ਕੰਮਕਾਰ ਵੀ ਕਰਵਾਉਂਦੇ ਰਹੇ ਤੇ ਫਿਰ ਬੇਨਤੀ ਕੀਤੀ ਕਿ ਪਿਤਾ ਜੀ
ਸੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ, ਅਸੀਂ ਸੇਵਾ ਕਰਨੀ ਹੈ ਗੁਰਧਾਮਾਂ ਦੀ। ਔਰ ਸਾਨੂੰ ਐਸੀ ਹੀ ਆਗਿਆ, ਇਸ ਕਰਕੇ ਸਾਨੂੰ ਘਰ ਦੇ ਕੰਮਾਂ ਕਾਰਾਂ ਵੱਲੋਂ ਹੁਣ ਵੇਲ ਦਿੱਤੀ ਜਾਵੇ। ਬਾਕੀ ਦਾ ਸਾਰਾ ਜੀਵਨ ਜਿੱਥੇ ਬਚਪਨ ਵਿੱਚ ਵੀ ਬੰਦਗੀ ਕੀਤੀ, ਸਿਮਰਨ ਕੀਤਾ, ਬਾਲ ਬ੍ਰਹਮਚਾਰੀ ਮਹਾਂਪੁਰਖ, ਤੇ ਬਾਕੀ ਦਾ ਸਾਰਾ ਹੀ ਜੀਵਨ ਸੇਵਾ ਤੇ ਸਿਮਰਨ ਨੂੰ ਸਮਰਪਿਤ ਮਹਾਂਪੁਰਖਾਂ ਨੇ ਅਨੇਕਾਂ ਸਥਾਨਾਂ ਦੀ ਸੇਵਾ ਕਰਵਾਈ ਤੇ ਸਿਮਰਨ ਕੀਤਾ ਸਾਧ ਸੰਗਤ ਜੀ। ਔਰ ਐਸਾ ਵੀ ਲਿਖਿਆ ਹੋਇਆ ਹੈ ਕਿ ਮਹਾਂਪੁਰਖਾਂ ਦੇ ਭੈਣ ਜੀ, ਉਹਨਾਂ ਨੇ ਆਪਣੇ ਮਨ ਵਿੱਚ ਖਿਆਲ ਬਣਾਇਆ ਸੀ ਕਿ ਆਪਣੇ ਵੀਰ ਜੀ ਦੇ ਵਿਆਹ ਦੇ ਮੌਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਾਵਾਂਗੇ। ਕਹਿੰਦੇ ਭੈਣ ਜੀ ਨੂੰ ਪਹਿਲਾਂ ਹੀ ਬਚਨ ਕਰ ਦਿੱਤਾ ਕਿ ਭੈਣ ਜੀ, ਸਾਡਾ ਤੇ ਵਿਆਹ ਹੋਇਆ ਹੀ ਹੈ, ਤੁਸੀਂ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਦਿਓ ਕਿਸੇ ਮੌਕੇ ਤੇ, ਸਾਡਾ ਤੇ ਧੁਰ ਤੋਂ ਹੀ ਵਿਆਹ ਹੋਇਆ ਹੈ। ਤੋ ਇਹ ਉਹਨਾਂ ਨੇ ਅੰਦਰ ਦੀ ਗੱਲ ਜਿਹੜੀ ਸੀ ਆਪਣੇ ਭੈਣ ਜੀ ਦੀ, ਜੋ ਫੁਰਨਾ ਸੀ ਉਹਨਾਂ ਦਾ ਕਿ ਵੀਰ ਜੀ ਦੇ ਵਿਆਹ ਤੇ ਅਖੰਡ ਪਾਠ ਸਾਹਿਬ ਕਰਾਵਾਂਗੇ ਧੁਰ ਕੀ ਬਾਣੀ ਦਾ, ਉਹਨਾਂ ਨੇ ਬਚਨ ਕਰ ਦਿੱਤਾ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਨੇ, ਤੇ ਵਿਆਹ ਨਹੀਂ ਕਰਵਾਇਆ। ਦੋਵੇਂ ਰਸਤੇ ਸਾਧ ਸੰਗਤ ਜੀ ਗੁਰਮਤ ਦੇ ਵਿੱਚ ਪ੍ਰਵਾਨ ਹਨ। ਕਈ ਵਾਰੀ ਐਸਾ ਹੁੰਦਾ ਹੈ ਵੀ ਜਿਹੜਾ ਵਿਆਹਿਆ ਹੁੰਦਾ ਹੈ ਤੇ ਜੋ ਮਹਾਂਪੁਰਖ ਸਾਧੂ ਸੰਤ ਵਿਆਹ ਨਹੀਂ ਕਰਵਾਉਂਦੇ ਉਹਨਾਂ ਦੀ ਨਿੰਦਿਆ ਕਰਨ ਲੱਗ ਪੈਂਦਾ ਹੈ। ਤੇ ਕਈ ਵਾਰੀ ਐਸਾ ਹੁੰਦਾ ਹੈ ਵੀ ਜਿਹਨੇ ਵਿਆਹ ਨਹੀਂ ਕਰਾਇਆ ਉਹ ਗ੍ਰਸਤੀਆਂ ਦੀ ਨਿੰਦਿਆ ਕਰਨ ਲੱਗ ਪੈਂਦਾ ਹੈ। ਐਸਾ ਜ਼ਿਕਰ ਆਇਆ ਇਤਿਹਾਸ ਦੇ ਵਿੱਚ, ਜਿਹੜੇ ਸਿੱਧ ਸੀ ਨਾ, ਸਿੱਧਾਂ ਨੇ ਵਿਆਹ ਨਹੀਂ ਕਰਵਾਇਆ ਤੇ ਉਹ ਗ੍ਰਸਤੀਆਂ ਨੂੰ ਮਾੜਾ ਕਹਿਣ ਲੱਗ ਪਏ। ਤੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਖਿਆ ਵੀ ਸਿੱਧੋ ਨਾਥੋ ਇਸ ਤਰ੍ਹਾਂ ਨਾ ਕਹੋ, ਕਿਉਂਕਿ ਤੁਸੀਂ ਵੀ ਗ੍ਰਸਤੀਆਂ ਦੇ ਘਰੇ ਪੈਦਾ ਹੋਏ ਹੋ, ਤੁਹਾਡਾ ਜਨਮ ਵੀ ਗ੍ਰਸਤ ਕਰਕੇ ਹੀ ਹੋਇਆ, ਤੁਸੀਂ ਵੀ ਸੰਸਾਰ ਵਿੱਚ ਤਾਂ ਹੀ ਆਏ ਹੋ। ਮਹਾਰਾਜ ਕਹਿੰਦੇ ਦੋਵੇਂ ਮਾਰਗ ਹਨ ਭਾਈ ਪਰਮੇਸ਼ਰ ਨੂੰ ਮਿਲਣ ਦੇ। ਜੇ ਕੋਈ ਗ੍ਰਸਤ ਵਿੱਚ ਹੈ ਤੇ ਉਹਨੂੰ ਵੀ ਗੁਰਮਤ ਦਾ ਧਾਰਨੀ ਹੋ ਕੇ ਸਿਮਰਨ ਕਰਨਾ ਪਵੇਗਾ, ਸੇਵਾ ਕਰਨੀ ਪਵੇਗੀ। ਗ੍ਰਸਤ ਵਿੱਚ ਰਹਿ ਕੇ ਵੀ ਨਿਰਲੇਪ ਰਹਿਣਾ ਪਵੇਗਾ, ਵਿਕਾਰਾਂ ਦਾ ਤਿਆਗ ਕਰਨਾ ਪਵੇਗਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾ ਵੰਦਿਆਂ ਵਿੱਚੇ ਹੋਵੇ ਮੁਕਤ। ਮਹਾਰਾਜ ਕਹਿੰਦੇ ਪਰ ਸਤਿਗੁਰੂ ਜੀ ਨਾਲ ਮਿਲ ਕੇ ਵਿੱਚੇ ਮੁਕਤ ਹੋਵੇਗੀ। ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਤੇ ਦੋਵੇਂ ਮਾਰਗ ਗੁਰੂ ਘਰ ਦੇ ਵਿੱਚ ਪ੍ਰਵਾਨ ਹਨ, ਗ੍ਰਸਤ ਵਾਲਾ ਵੀ ਤੇ ਗ੍ਰਸਤ ਦੇ ਤਿਆਗ ਵਾਲਾ ਵੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦੋ ਸਾਹਿਬਜ਼ਾਦੇ ਹੋਏ, ਆਪਾਂ ਸਾਰੇ ਜਾਣਦੇ ਹਾਂ ਸੰਗਤ ਜੀ। ਵੱਡੇ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ, ਉਦਾਸੀ ਬਾਲੀ ਬ੍ਰਹਮਚਾਰੀ ਜਿਨ੍ਹਾਂ ਨੇ ਗ੍ਰਸਤ ਨਹੀਂ ਧਾਰਨ ਕੀਤਾ, ਔਰ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਲਖਮੀ ਦਾਸ ਸਾਹਿਬ ਜੀ। ਬਾਬਾ ਲਖਮੀ ਦਾਸ ਸਾਹਿਬ ਜੀ ਗ੍ਰਸਤੀ ਹੋਏ ਸਾਧ ਸੰਗਤ ਜੀ। ਉਹਨਾਂ ਦੇ ਅੱਗੇ ਸੁਪੁੱਤਰ ਸੀ ਬਾਬਾ ਧਰਮ ਚੰਦ ਜੀ, ਜੋ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪੋਤਰੇ ਸਨ। ਤੇ ਦੋਵੇਂ ਮਾਰਗ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਵੀ ਸਿੱਖੀ ਦਾ ਬਹੁਤ ਪ੍ਰਚਾਰ ਪ੍ਰਸਾਰ ਕੀਤਾ, ਤੇ ਬਹੁਤ ਅੱਗੇ ਉਦਾਸੀ ਸਾਧੂਆਂ ਨੇ ਪ੍ਰਚਾਰ ਪ੍ਰਸਾਰ ਕੀਤਾ। ਬਾਬਾ ਕਿਰਪਾਲ ਦਾਸ ਜੀ ਉਦਾਸੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਸੰਪਰਦਾ ਵਿੱਚੋਂ ਸਨ। ਜਦੋਂ ਦਸ਼ਮੇਸ਼ ਪਾਤਸ਼ਾਹ ਨੇ ਭੰਗਾਣੀ ਦਾ ਯੁੱਧ ਜਿੱਤਿਆ ਤੇ 500 ਉਦਾਸੀ ਸੀ, ਤੇ ਉਸ ਮੌਕੇ ਦੇ ਉੱਤੇ ਕੱਲਾ ਮਹੰਤ ਰਹਿ ਗਿਆ ਸੀ ਬਾਬਾ ਕਿਰਪਾਲ ਚੰਦ ਉਦਾਸੀ, ਤੇ ਬਾਕੀ ਸਾਰੇ ਭੱਜ ਗਏ ਸੀ। ਕਲਗੀਧਰ ਪਾਤਸ਼ਾਹ ਨੂੰ ਆ ਕੇ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਰੇ ਹੀ ਸਾਧੂ ਜਿਹੜੇ ਉਹ ਦੌੜ ਗਏ ਆ, ਜਿਹੜੇ 500 ਪਠਾਨ ਰਖਾਏ ਸੀ ਪੀਰ ਬੁੱਧੂ ਸ਼ਾਹ ਨੇ ਉਹ ਵੀ ਚਲੇ ਗਏ ਆ। ਮਹਾਰਾਜ ਕਹਿੰਦੇ ਸਾਰੇ ਹੀ ਚਲੇ ਗਏ ਕਿ ਕੋਈ ਹੈ? ਕਹਿੰਦੇ ਜੀ ਕੱਲਾ ਮਹੰਤ ਰਹਿ ਗਿਆ ਕਿਰਪਾਲ ਦਾਸ। ਸਤਿਗੁਰੂ ਕਹਿੰਦੇ ਜੜ ਰਹਿ ਗਈ ਉਦਾਸੀਆਂ ਦੀ, ਮੁੱਢ ਰਹਿ ਗਿਆ ਹੈ। ਜੇ ਜੜ ਹੋਵੇ ਤੇ ਉੱਤੇ ਟਾਹਣੇ ਟਾਹਣੀਆਂ ਫਿਰ ਨਿਕਲ ਆਉਂਦੇ। ਮਹਾਰਾਜ ਕਹਿੰਦੇ ਫਿਰ ਵੱਧ ਜਾਣਗੇ। ਤੇ ਉਸ ਕਿਰਪਾਲ ਦਾਸ ਉਦਾਸੀ ਨੇ ਭੰਗਾਣੀ ਦੇ ਯੁੱਧ ਵਿੱਚ ਲੱਕੜ ਦੇ ਸੋਟੇ ਦੇ ਨਾਲ ਹਯਾਤ ਖਾਂ ਦੇ ਸਿਰ ਦੀ ਮਿੱਝ ਕੱਢੀ ਸੀ, ਜਿਹਦਾ ਜ਼ਿਕਰ ਬਚਿੱਤਰ ਨਾਟਕ ਵਿੱਚ ਕਲਗੀਧਰ ਪਾਤਸ਼ਾਹ ਨੇ ਕੀਤਾ ਵੀ ਸਾਡੇ ਕਿਰਪਾਲ ਦਾਸ ਸਾਧੂ ਨੇ ਹਯਾਤ ਖਾਂ ਦਾ ਸਿਰ ਟੋਪ ਦੇ ਸਮੇਤ ਇੰਜ ਭੰਨ ਦਿੱਤਾ ਜਿਵੇਂ
ਭਗਵਾਨ ਕ੍ਰਿਸ਼ਨ ਦੁਆਪਰ ਯੁੱਗ ਦੇ ਅਵਤਾਰ ਜਿਵੇਂ ਮਟਕਾ ਭੰਨ ਕੇ ਉਹ ਚੋਂ ਮੱਖਣ ਖਾਂਦੇ ਸੀ ਤੇ ਮੱਖਣ ਇੱਕ ਪਾਸੇ ਡਿੱਗ ਪੈਂਦਾ ਸੀ, ਲੱਸੀ ਇੱਕ ਪਾਸੇ ਖਿਲਰ ਜਾਂਦੀ ਸੀ, ਇਸ ਤਰ੍ਹਾਂ ਹਿਆਤ ਖਾਂ ਦੇ ਸਿਰ ਦੀ ਮਿੱਝ ਕੱਢ ਕੇ ਰੱਖ ਦਿੱਤੀ। ਕਹਿਣ ਤੋਂ ਭਾਵੇਂ ਕਿ ਉਦਾਸੀ ਮਹਾਂਪੁਰਖਾਂ ਨੇ, ਤਿਆਗੀ ਮਹਾਂਪੁਰਖਾਂ ਨੇ ਵੀ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ। ਇਸੇ ਤਰ੍ਹਾਂ ਜੋੜੀ ਅੱਗੇ ਹੋਈ ਹੈ ਗੁਰੂ ਘਰ ਦੇ ਵਿੱਚ, ਇੱਕ ਗ੍ਰਸਤੀ ਹੈ ਮਹਾਂਪੁਰਖ ਤੇ ਇੱਕ ਤਿਆਗੀ ਹੈ ਮਹਾਂਪੁਰਖ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗ੍ਰਸਤੀ ਹਨ ਤੇ ਉਹਨਾਂ ਦੇ ਨਾਲ ਹੀ ਸਮਕਾਲੀ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਨੇ ਗ੍ਰਸਤ ਨਹੀਂ ਧਾਰਨ ਕੀਤਾ। ਭਾਈ ਸਾਹਿਬ ਜੀ ਨਹੀਂ ਵਿਆਹੇ ਹੋਏ ਸਨ, ਪਰ ਉਹਨਾਂ ਨੇ ਗ੍ਰਸਤ ਨੂੰ ਪ੍ਰਧਾਨ ਆਖਿਆ ਆਪਣੀ ਰਚਨਾ ਦੇ ਵਿੱਚ, ਪਰ ਆਪ ਨਹੀਂ ਸੀ ਵਿਆਹੇ ਹੋਏ। ਅੱਗੇ ਜੋੜੀ ਫੇਰ ਇਤਿਹਾਸ ਵਿੱਚ ਆਉਂਦੀ ਹੈ ਦਸ਼ਮੇਸ਼ ਪਾਤਸ਼ਾਹ ਜੀ ਦੇ ਮੌਕੇ ਤੇ ਧੰਨ ਧੰਨ ਭਾਈ ਮਣੀ ਸਿੰਘ ਜੀ ਸ਼ਹੀਦ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ। ਭਾਈ ਸਾਹਿਬ ਭਾਈ ਮਣੀ ਸਿੰਘ ਜੀ ਗ੍ਰਸਤੀ ਸਨ ਤੇ ਉਹਨਾਂ ਦੇ 10 ਸੁਪੁੱਤਰ ਸਨ ਸਾਧ ਸੰਗਤ ਜੀ। ਭਾਈ ਮਣੀ ਸਿੰਘ ਜੀ ਦੇ ਭਾਈ ਬਚਿੱਤਰ ਸਿੰਘ, ਭਾਈ ਚਿੱਤਰ ਸਿੰਘ, ਭਾਈ ਉਦੇ ਸਿੰਘ ਆਦਿਕ ਉਹਨਾਂ ਦੇ ਸੁਪੁੱਤਰ ਸਨ। ਤੇ ਬਾਬਾ ਦੀਪ ਸਿੰਘ ਸਾਹਿਬ ਜੀ ਬਾਲ ਬ੍ਰਹਮਚਾਰੀ ਸੀ, ਉਹਨਾਂ ਨੇ ਗ੍ਰਸਤ ਨਹੀਂ ਧਾਰਨ ਕੀਤਾ। ਦੋਨਾਂ ਨੇ ਸੇਵਾ ਮਹਾਨ ਕੀਤੀ। ਇਹ ਦੋਵੇਂ ਹੀ ਰਸਤੇ ਇਹ ਮਾਰਗ ਵਿੱਚ ਆ। ਤੇ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਨੇ ਬਾਲ ਬ੍ਰਹਮਚਾਰੀ ਰਹਿ ਕਰਕੇ ਮਹਾਨ ਹੀ ਸੇਵਾ ਤੇ ਸਿਮਰਨ ਸਾਧ ਸੰਗਤ ਜੀ ਕੀਤਾ। ਗਰੀਬ ਨਵਾਜ਼ ਸਾਹਿਬ ਜੀ ਨੇ ਆਖਿਆ ਵੀ ਸੰਤ ਵੀ ਸੇਵਾ ਕਰਦਾ ਹੈ ਤੇ ਪਰਮੇਸ਼ਰ ਵੀ ਸੇਵਾ ਕਰਦੇ ਹਨ। ਸੰਤ ਸੇਵਾ ਜਿੱਥੇ ਕਰਦੇ, ਹੋਰ ਜਿੱਥੇ ਗੁਰਧਾਮਾਂ ਦੀ ਸੇਵਾ ਕਰਦੇ, ਉੱਥੇ ਸਿਮਰਨ ਕਰਨ ਦੀ ਤੇ ਕਰਵਾਉਣ ਦੀ ਸੇਵਾ ਕਰਦੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਤੇ ਪਰਮੇਸ਼ਰ ਸੇਵਾ ਕਰਦੇ ਆ ਵੀ ਜਿਹੜੇ ਸਿਮਰਨ ਕਰਦੇ ਉਹਨਾਂ ਨੂੰ ਮੁਕਤੀ ਦੇਣ ਦੀ ਸੇਵਾ ਵਾਹਿਗੁਰੂ ਜੀ ਕਰਦੇ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਇੱਕ ਬੇਨਤੀ ਕਰਕੇ ਫਤਿਹ ਗਜਾਵਾਂਗਾ। ਸੋ ਗੁਰਮੁਖ ਪਿਆਰੇ ਸ਼ਾਸਤਰਕਾਰ ਕਹਿੰਦੇ ਵੀ ਪਾਰਸ ਮੈਂ ਯਾਰ ਸੰਤ ਮੈਂ ਵੱਡੋ ਅੰਤਰੋ ਜਾਣ। ਪਾਰਸ ਦੇ ਵਿੱਚ ਤੇ ਸੰਤ ਵਿੱਚ ਵੱਡਾ ਫਰਕ ਹੈ। ਉਹ ਕਿਹੜਾ ਫਰਕ ਹੈ? ਕਹਿੰਦੇ ਵੀ ਵਹਿ ਲੋਹਾ ਕੰਚਨ ਕਰੈ, ਵਹਿ ਕਰੈ ਆਪ ਸਮਾਨ। ਪਾਰਸ ਦੇ ਨਾਲ ਲੋਹਾ ਲੱਗ ਜਾਵੇ ਤੇ ਉਹਨੂੰ ਸੋਨਾ ਬਣਾ ਦਿੰਦਾ ਹੈ, ਪਰ ਪਾਰਸ ਆਪਣੇ ਵਰਗਾ ਪਾਰਸ ਨਹੀਂ ਬਣਾਉਂਦਾ। ਪਰ ਸੰਤ ਦੀ ਜੇ ਕੋਈ ਸੰਗਤ ਕਰਦਾ ਹੈ ਤੇ ਉਹ ਗੁਰਮੁਖ ਪਿਆਰੇ ਕਹਿੰਦੇ ਵੀ ਸੰਤ ਆਪਣੇ ਵਰਗਾ ਹੀ ਬਣਾ ਲੈਂਦੇ ਆ। ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਬਾਬਾ ਜੀ ਦੀ ਸੰਗਤ ਕੀਤੀ, ਮਹਾਂਪੁਰਖਾਂ ਦੀ ਸੰਗਤ ਕੀਤੀ, ਤੇ ਬਾਬਾ ਜੀ ਨੇ ਐਸੀ ਕਿਰਪਾ, ਗੁਰੂ ਸਾਹਿਬ ਜੀ ਦੀ ਕਿਰਪਾ ਵਰਤੀ ਕਿ ਸਾਧ ਸੰਗਤ ਜੀ, ਸੋ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਘੋਲਾ ਸਿੰਘ ਸਾਹਿਬ ਜੀ, ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ, ਸੰਤ ਬਾਬਾ ਗਿਆਨ ਸਿੰਘ ਜੀ, ਇਹ ਸਾਰੇ ਮਹਾਂਪੁਰਖ ਜਿਨ੍ਹਾਂ ਨੇ ਬਾਬਾ ਜੀ ਦੀ ਸੰਗਤ ਕੀਤੀ ਤੇ ਅੱਜ ਉਹੀ ਗੁਰੂ ਕਾ ਮਾਰਗ ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ, ਆਪ ਸੇਵਾ ਕਰਨੀ ਤੇ ਦੂਸਰਿਆਂ ਤੋਂ ਕਰਵਾਉਣੀ। ਤੋ ਇਹ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ। ਗੁਰੂ ਕਾ ਬਚਨ ਸਾਡੇ ਹਿਰਦੇ ਵਸੇ। ਅਸੀਂ ਵੀ ਸਾਧ ਸੰਗਤ ਜੀ ਸੋ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਤੇ ਚੱਲ ਕੇ ਅੰਮ੍ਰਿਤ ਧਾਰੀ ਹੋ ਕੇ ਗੁਰੂ ਕੀ ਰਹਿਣੀ ਵਿੱਚ ਰਹਿ ਕੇ ਸੇਵਾ ਸਿਮਰਨ ਕਰਕੇ ਮਹਾਂਪੁਰਖਾਂ ਦੇ ਬਚਨ ਕਮਾ ਕੇ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਗੁਰੂ ਸਾਹਿਬ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਹਣੇ ਹਾਲ ਸਾ